Hello and welcome to Chetan Bharat Learning, and also welcome to Daily Polity MCQ Practice Series. In today's session, we are going to discuss the state executive comprising of the governor and the state council of ministers. Let's begin with the very first question, and that comes with: in a judgment, the Supreme Court has declared that the governor is not the conscience keeper of the legislative assembly. What does it imply? So, ਲੈਜਿਸਲੇਟਿਵ ਅਸੈਂਬਲੀ ਦੇ ਕੌਨਸ਼ੀਅਸ ਕੀਪਰ ਨਹੀਂ ਹੈਗੇ ਗਵਰਨਰ ਸਾਹਿਬ। ਇਸ ਕੀ ਮਤਲਬ ਨਿਕਲਦਾ ਹੈ? ਐਂਡ ਫਾਈਂਡ ਕਰੈਕਟ ਸਟੇਟਮੈਂਟ ਐਜ਼ ਆਂਸਰ। ਪਹਿਲਾ, ਇਟ ਇਜ਼ ਇਨਐਪਰੋਪ੍ਰੀਏਟ, ਇਹ ਠੀਕ ਨਹੀਂ ਹੈ, ਐਪਰੋਪ੍ਰੀਏਟ ਨਹੀਂ ਹੈ for the governor to manage proceedings of legislative assembly to keep the right order। A very strong statement ਕਿ ਅਸੈਂਬਲੀ ਦੇ ਵਿੱਚ ਰਾਈਟ ਆਰਡਰ ਮੇਨਟੇਨ ਕਰਨ ਲਈ ਗਵਰਨਰ ਨੂੰ ਉਹਦੀ ਪ੍ਰੋਸੀਡਿੰਗ ਮੈਨੇਜ ਨਹੀਂ ਕਰਨੀ ਚਾਹੀਦੀ। ਤੇ ਦੂਜਾ, ਇਟ ਇਜ਼ ਰੋਂਗ ਫॉर द गवर्नर टू अटेंड द लेजिस्लेटिव प्रोसीडिंग ऑफ द असेंबली। और दोनों ही बहुत ही कंफ्यूजिंग स्टेटमेंट है। सो सेकंड स्टेटमेंट याद रखना दैट इट इज रॉन्ग फॉर द गवर्नर टू अटेंड द लेजिस्लेटिव प्रोसीडिंग। नो सर, ਦੋ ਮੌਕਿਆਂ ਤੇ ਤਾਂ ਉਹ ਅਟੈਂਡ ਕਰਦੇ ਹੀ ਨੇ, ਭਾਵੇਂ ਐਡਰੈਸ ਕਰਨ ਜਾਣ। ਜਦੋਂ ਬਜਟ ਆਉਂਦਾ ਹੈ ਹਰ ਸਾਲ ਤਾਂ ਗਵਰਨਰ ਐਡਰੈਸ ਹੁੰਦਾ ਅਸੈਂਬਲੀ ਦੇ ਵਿੱਚ, ਤੇ ਦੂਜਾ ਜਦੋਂ ਵੀ ਅਸੈਂਬਲੀ ਦੇ ਜਨਰਲ ਇਲੈਕਸ਼ਨ ਹੋਣਗੇ ਉਸ ਤੋਂ ਬਾਅਦ ਪਹਿਲੀ ਮੀਟਿੰਗ ਤੇ ਵੀ ਉਹ ਐਡਰੈਸ ਕਰਦੇ ਨੇ। ਸੋ ਇਹ ਤਾਂ ਗਲਤ ਨਹੀਂ ਹੈ ਕਿ ਉਹ ਮੀਟਿੰਗ ਦੇ ਵਿੱਚ ਜਾ ਕਰ ਉੱਥੇ ਪ੍ਰੋਸੀਡਿੰਗਸ ਦੇ ਵਿੱਚ ਅਟੈਂਡ ਕਰ ਰਹੇ ਨੇ, ਉਹ ਤਾਂ ਉਹਨਾਂ ਦੀ ਇੱਕ ਕਨਸਟੀਟਿਊਸ਼ਨਲ ਰਿਕੁਆਇਰਮੈਂਟ ਵੀ ਹੈ। ਬਟ ਹਾਂ, ਕਿਉਂਕਿ ਹਾਊਸ ਇੱਕ ਡੈਮੋਕ੍ਰੈਟਿਕਲੀ ਇਲੈਕਟਿਡ ਬੋਡੀ ਹੈ, ਕਨਸਟੀਟਿਊਸ਼ਨ ਦੇ ਵਿੱਚ ਉਹਨੂੰ ਕੁਝ ਲਿਮਿਟਿਡ ਸੋਵਰੇਨਟੀਜ਼ ਵੀ ਦਿੱਤੀਆਂ ਹੋਈਆਂ ਨੇ। ਸੋ ਹਾਊਸ ਦੀ ਪ੍ਰੋਸੀਡਿੰਗ ਮੈਨੇਜ ਕਰਨ ਦਾ ਅਧਿਕਾਰ ਹਾਊਸ ਕੋਲੇ ਹੈ। ਇੱਕ ਅਪਾਇੰਟਡ ਅਫੀਸ਼ੀਅਲ ਨੂੰ, ਕਿਉਂਕਿ ਗਵਰਨਰ ਨੇ, ਉਹਨਾਂ ਨੂੰ ਪ੍ਰੋਸੀਡਿੰਗਸ ਮੈਨੇਜ ਨਹੀਂ ਕਰਨੀ ਚਾਹੀਦੀਆਂ। ਕੱਲ ਨੂੰ ਇਲਜ਼ਾਮ ਲਾ ਕੇ ਕਿ ਹਾਊਸ ਆਰਡਰ ਦੇ ਵਿੱਚ ਨਹੀਂ ਹੈ, ਗਵਰਨਰ ਆਰਡਰ ਪਾਸ ਕਰਨ ਜਾਣ, ਇਹ ਹਾਊਸ ਦੀ ਡਿਗਨਿਟੀ ਨੂੰ ਕੰਪਰੋਮਾਈਜ਼ ਕਰਦਾ ਹੈ। ਸੋ ਜੋ ਕਿਹਾ ਗਿਆ ਹੈ ਕਿ ਕੌਨਸ਼ੀਅਸ ਕੀਪਰ ਨਹੀਂ ਹੈਗੇ, ਕੌਨਸ਼ੀਅਸ ਕੀਪਰ ਖੁਦ ਹਾਊਸ ਹੈ। ਪਹਿਲੀ ਸਟੇਟਮੈਂਟ ਦੇ ਰਿਗਾਰਡਿੰਗ ਇਹ ਗੱਲ ਕਹੀ ਗਈ ਸੀ। ਫॉर एग्जांपल, ਕਦੋਂ ਸੈਸ਼ਨ ਬੁਲਾਉਣਾ ਹੈ, ਕਦੋਂ ਨਹੀਂ ਬੁਲਾਉਣਾ ਹੈ, ਕਦੋਂ ਸੈਸ਼ਨ ਨੂੰ ਪ੍ਰੋਰੋਗ ਕਰਨਾ ਹੈ, ਇਹ ਕਾਉਂਸਲ ਆਫ ਮਿਨਿਸਟਰ ਦੀ ਐਡਵਾਈਸ ਤੇ ਹੀ ਲਾਜ਼ਮ ਕੀਤਾ ਜਾਵੇ। ਇਹ ਗਵਰਨਰ ਸਾਹਿਬ ਆਪਣੀ ਵਿਸ਼ ਤੋਂ ਨਾ ਕਾਲ ਕਰ, ਕਈ ਵਾਰੀ ਇਸ ਨੂੰ ਲੈ ਕੇ ਸਟੇਟ ਦੇ ਵਿੱਚ ਰੌਲੇ ਪੈਂਦੇ ਨੇ। ਸੋ ਓਨਲੀ ਵਨ ਇਜ਼ ਆਵਰ ਆਂਸਰ। ਨੈਕਸਟ, consider following statements about the office of the governor as mentioned in the constitution of India। ਬਹੁਤ ਧਿਆਨ ਰੱਖਣਾ ਹੈ, ਪਹਿਲਾਂ ਵੀ ਆਪਾਂ ਇਸ ਤਰ੍ਹਾਂ ਦੇ ਕੁਐਸਚਨ ਕੀਤੇ ਨੇ। ਐਸ ਪਰ ਦ ਕਨਸਟੀਟਿਊਸ਼ਨ ਪੁੱਛਿਆ ਜਾ ਰਿਹਾ ਹੈ ਜਾਂ ਅਦਰਵਾਈਜ਼ ਪੁੱਛਿਆ ਜਾ ਰਿਹਾ ਹੈ ਕਿ ਜਨਰਲ ਪ੍ਰੈਕਟਿਸਿਸ ਕੀ ਨੇ। His office is constitutionally under the control and subordinate to the central government, constitutionally speaking, point 1। ਸੋ ਯਾਦ ਰੱਖਣਾ, ਭਾਵੇਂ ਇਹ ਰਿਪਰੈਜ਼ੈਂਟੇਟਿਵ ਨੇ ਸੈਂਟਰ ਦੇ, ਭਾਵੇਂ ਸੈਂਟਰ ਵਜੋਂ ਅਪਾਇੰਟ ਕੀਤੇ ਜਾਂਦੇ ਨੇ, ਬਟ ਇਹ ਸਟੇਟ ਦੇ ਕਨਸਟੀਟਿਊਸ਼ਨਲ ਹੈਡ ਨੇ। ਸਾ ਟੈਕਨੀਕਲੀ ਆਪਾਂ ਇਹਨੂੰ ਸਬਆਰਡੀਨੇਟ ਟੂ ਸੈਂਟਰਲ ਗਵਰਨਮੈਂਟ ਜਾਂ ਅੰਡਰ ਦ ਕੰਟਰੋਲ ਆਫ ਸੈਂਟਰਲ ਗਵਰਨਮੈਂਟ ਨਹੀਂ ਕਹਾਂਗੇ। then the governor of a particular state should not belong to the state। ਜੇ ਕਿਸੇ ਸਟੇਟ ਦੇ ਵਿੱਚ ਗਵਰਨਰ ਲਾਇਆ ਜਾ ਰਿਹਾ ਹੈ ਤਾਂ ਕੀ ਉਸ ਸਟੇਟ ਦਾ ਹੀ ਰਹਿਣ ਵਾਲਾ ਉੱਥੇ ਗਵਰਨਰ ਨਹੀਂ ਹੋਣਾ ਚਾਹੀਦਾ? ਹਾਂ, ਇਹ ਪ੍ਰੈਕਟਿਸ ਤਾਂ ਫੋਲੋ ਹੁੰਦੀ ਹੈ, ਵੀ ਨੋ ਦਿਸ ਥਿੰਗ, ਕਿ ਜ਼ਿਆਦਾਤਰ ਗਵਰਨਰ ਆਊਟਸਾਈਡਰ ਹੁੰਦੇ ਨੇ, ਬਟ ਇਹ ਕਨਸਟੀਟਿਊਸ਼ਨਲ ਰਿਕੁਆਇਰਮੈਂਟ ਨਹੀਂ ਹੈ। ਸੋ ਸਟੇਟਮੈਂਟ ਇਜ਼ ਰੋਂਗ। ਇਹ ਸਰਕਾਰੀਆ ਕਮਿਸ਼ਨ ਦੀ ਰਿਪੋਰਟ ਦੇ ਅਕੋਰਡਿੰਗ ਹੈ, ਜੋ ਪ੍ਰੈਕਟਿਸ ਆਪਾਂ ਫੋਲੋ ਕਰਦੇ ਹਾਂ। ਕਨਸਟੀਟਿਊਸ਼ਨ ਦੇ ਵਿੱਚ ਐਦਾਂ ਦੀ ਕੋਈ ਟਰਮਸ, ਕੰਡੀਸ਼ਨ, ਕੁਆਲੀਫਿਕੇਸ਼ਨ ਨਹੀਂ ਲਿਖੀ ਹੋਈ। ਔਰ ਸਾਡਾ ਸਵਾਲ ਹੈ ਆਫਿਸ ਆਫ ਗਵਰਨਰ ਦੇ ਬਾਰੇ, ਜੋ ਕਨਸਟੀਟਿਊਸ਼ਨ ਦੇ ਵਿੱਚ ਮੈਂਸ਼ਨ ਹੈ ਉਹ ਤੇ ਆਪਾਂ ਜਵਾਬ ਦੇਣਾ, ਤੇ ਇਹ ਮੈਂਸ਼ਨ ਨਹੀਂ ਹੈ। ਥਰਡ, ਦ ਪ੍ਰੈਜ਼ੀਡੈਂਟ ਆਫ ਇੰਡੀਆ ਮਸਟ ਕੰਸਲਟ ਦ ਚੀਫ ਮਿਨਿਸਟਰ of the concerned state before making the appointment of the governor of that state। Now this is also incorrect because there is no such constitutional requirement। हाँ, ਇਹ ਵੀ ਸਰਕਾਰੀਆ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਇੱਕ ਪ੍ਰੈਕਟਿਸ ਵਜੋਂ ਆਪਾਂ ਫੋਲੋ ਕਰਦੇ ਹਾਂ ਕਿ ਜਦੋਂ ਕਿਸੇ ਸਟੇਟ ਦੇ ਵਿੱਚ ਗਵਰਨਰ ਲਾਉਣਾ ਤਾਂ ਪ੍ਰੈਜ਼ੀਡੈਂਟ ਉਸ ਸਟੇਟ ਦੇ ਸੀਐਮ ਨੂੰ ਕੰਸਲਟ ਕਰਾਂਗੇ, ਉਹ ਵੀ ਬਾਈਂਡਿੰਗ ਨਹੀਂ ਹੈ। ਤਾਂ ਇਹ ਜਿਹੜੀ ਸੈਕੰਡ ਤੇ ਥਰਡ ਹੈ, ਇਹ ਆਪਾਂ ਐਜ਼ ਅ ਪ੍ਰੈਕਟਿਸ ਫੋਲੋ ਕਰਦੇ ਹਾਂ। ਜੇ ਆਪਾਂ ਨੂੰ ਐਸ ਪਰ ਕਨਸਟੀਟਿਊਸ਼ਨ ਨਾ ਪੁੱਛਿਆ ਹੁੰਦਾ ਫਿਰ ਆਪਾਂ ਕਰੈਕਟ ਕਰਦੇ। ਔਰ ਦੂਜਾ, ਇਹ ਸਰਕਾਰੀਆ ਕਮਿਸ਼ਨ ਦੀ ਰਿਪੋਰਟ ਨੂੰ ਇਨ ਪ੍ਰੈਕਟਿਸ ਫੋਲੋ ਕੀਤਾ ਜਾਂਦਾ ਹੈ। ਸੋ ਆਨਸਰ ਦੈਟ ਵਿਚ ਆਫ ਦ ਸਟੇਟਮੈਂਟ ਆਰ ਟਰੂ? None of the above statement is true। Coming to, consider the following statements and find correct statement as your answer। The same person cannot be appointed as governor for two or more states at the same time।
ਸੋ ਯਾਦ ਰੱਖਣਾ ਓਰੀਜਨਲ ਕਨਸਟੀਟਿਊਸ਼ਨ ਦੀ ਵਰਡਿੰਗ ਤੋਂ ਐਦਾਂ ਦਾ ਹੀ ਸਿਸਟਮ ਬਣਨ ਵਾਲਾ ਸੀ, ਕਿਉਂਕਿ ਉੱਥੇ ਲਿਖ ਦਿੱਤਾ ਗਿਆ ਸੀ देयर शैल बी अ गवर्नर फॉर ईच स्टेट। ਭਾਵ ਹਰ ਸਟੇਟ ਦਾ ਇੱਕ ਗਵਰਨਰ ਹੋਊਗਾ, ਇੱਕ ਗਵਰਨਰ ਨੂੰ ਦੋ ਸਟੇਟ ਦਾ ਚਾਰਜ ਫਿਰ ਨਹੀਂ ਦਿੱਤਾ ਜਾ ਸਕਦਾ। ਇੰਟਰਪ੍ਰੀਟੇਸ਼ਨ ਗੇਮ। ਬਟ ਯਾਦ ਰੱਖਣਾ 7th ਕਨਸਟੀਟਿਊਸ਼ਨਲ ਅਮੈਂਡਮੈਂਟ 1956 ਕਨਸਟੀਟਿਊਸ਼ਨ ਦੇ ਵਿੱਚ ਸਪੈਸੀਫਿਕ ਮੈਂਸ਼ਨ ਕੀਤਾ ਗਿਆ ਕਿ ਇੱਕ ਗਵਰਨਰ ਨੂੰ, ਇੱਕ ਪਰਸਨ ਨੂੰ ਇੱਕ ਤੋਂ ਵੱਧ ਸਟੇਟ ਦਾ ਚਾਰਜ ਦਿੱਤਾ ਜਾ ਸਕਦਾ ਹੈ। ਸੋ ਪਹਿਲੀ ਸਟੇਟਮੈਂਟ ਇਜ਼ ਰੋਂਗ। Then come to, in case of governor is appointed the administrator of the UT। ਕਈ ਵਾਰੀ ਇੱਕ ਸਟੇਟ ਦੇ ਗਵਰਨਰ ਨੂੰ ਐਡਜੋਇਨਿੰਗ ਯੂਟੀ ਦਾ ਵੀ ਚਾਰਜ ਦੇ ਦਿੱਤਾ ਜਾਂਦਾ ਹੈ। He alone has the right to appoint chief minister of that UT। ਤਾਂ ਫਿਰ ਚੀਫ ਮਿਨਿਸਟਰ ਨੂੰ, ਜੇ ਉਸ ਯੂਟੀ ਦੇ ਵਿੱਚ ਲੈਜਿਸਲੇਚਰ ਹੈ, ਤਾਂ ਕੀ ਉਹਦੇ ਕੋਲ ਇਹ ਪਾਵਰ ਹੈ ਕਿ ਉਹ ਅਲੋਨ ਚੀਫ ਮਿਨਿਸਟਰ ਅਪਾਇੰਟ ਕਰਨਗੇ? ਯਾਦ ਰੱਖਣਾ ਇਹ ਵੀ ਸਟੇਟਮੈਂਟ ਰੋਂਗ ਹੈ। UTs are directly administered by the center। So even if a UT is having legislature vis-a-vis council of minister, ਤੇ ਭਾਵੇਂ ਉਹਦਾ ਐਡਜੋਇਨਿੰਗ ਗਵਰਨਰ ਛੱਡੋ, ਉਹਦਾ LG ਮੰਨ ਲਓ ਦਿੱਲੀ ਹੈ, ਤਾਂ ਉੱਥੇ ਵੀ ਚੀਫ ਮਿਨਿਸਟਰ ਤੇ ਬਾਕੀ ਮਿਨਿਸਟਰ ਦੀ ਅਪਾਇੰਟਮੈਂਟ LG ਦੇ ਪਾਵਰ ਹੇਠਾਂ ਨਹੀਂ ਹੁੰਦੀ, ਸਗੋਂ ਪ੍ਰੈਜ਼ੀਡੈਂਟ ਇਜ਼ ਦਾ ਅਪਾਇੰਟਿੰਗ ਅਥਾਰਟੀ। ਸੋ second statement is also incorrect. So again, none of the above is answer. Next, the governor exercises his constitutional or situational discretion। ਹੁਣ ਇੱਥੇ ਦੋਨੋਂ ਪੁੱਛ ਲਈ ਬਈ, ਜੇ ਕਨਸਟੀਟਿਊਸ਼ਨ ਦੇ ਵਿੱਚ ਡਿਸਕ੍ਰਿਸ਼ਨ ਜਿਵੇਂ ਆਰਟੀਕਲ 200 ਦੇ ਵਿੱਚ ਹੈ ਜਾਂ 356 ਦੇ ਵਿੱਚ ਹੈ, ਤੇ ਫਿਰ ਸਿਚੁਏਸ਼ਨਲ ਡਿਸਕ੍ਰਿਸ਼ਨ ਜੋ ਕਨਸਟੀਟਿਊਸ਼ਨ 'ਚ ਨਹੀਂ ਦਰਜ ਹੈ ਬਟ ਸਿਚੁਏਸ਼ਨ ਦੇ ਅਕੋਰਡਿੰਗ ਆ ਜਾਂਦੀ ਹੈ। ਜਿਵੇਂ ਹੰਗ ਰਿਜ਼ਲਟ ਆ ਜੇ ਤਾਂ ਫਿਰ CM ਬਣਨ ਵਾਸਤੇ ਕਿਹਨੂੰ ਇਨਵਾਈਟ ਕਰਨਾ ਹੈ, ਇਹ ਸਿਚੁਏਸ਼ਨਲ ਡਿਸਕ੍ਰਿਸ਼ਨ। ਨਾਓ we have to find correct statement as our answer। Exercising his functions as the administrator of an adjoining union territory, point 1। Second, recommending the imposition of president rule in the state, then approving any ordinary bill that falls under the concurrent list in the 7th schedule and contrary to the central law, and then seeking information from the chief minister with regard to the legislative matter of the state। Now here it comes, ਇਹਦੇ ਸਭ ਤੋਂ ਇੰਪੋਰਟੈਂਟ ਜੋ ਯਾਦ ਰੱਖਣਾ ਉਹ ਥਰਡ ਸਟੇਟਮੈਂਟ ਹੈ, ਰੈਸਟ ਆਲ ਆਰ ਓਕੇ। ਜਿਵੇਂ ਜਦੋਂ ਕਿਸੇ ਗਵਰਨਰ ਨੂੰ ਐਡਜੋਇਨਿੰਗ ਯੂਟੀ ਦਾ ਐਡਮਿਨਿਸਟ੍ਰੇਟਰ ਲਾਇਆ ਜਾਂਦਾ ਹੈ ਤਾਂ ਉਹ ਆਪਦੇ ਕਾਉਂਸਲ ਆਫ ਮਿਨਿਸਟਰ ਦੀ ਸਲਾਹ ਤੇ ਕੰਮ ਨਹੀਂ ਕਰਦਾ। ਦੈਨ ਜੇ ਪ੍ਰੈਜ਼ੀਡੈਂਟ ਰੂਲ ਵਾਸਤੇ ਇਨਵਾਈਟ ਕਰਨਾ ਹੈ ਪ੍ਰੈਜ਼ੀਡੈਂਟ ਨੂੰ ਅੰਡਰ ਆਰਟੀਕਲ 356, ਤਾਂ ਇਹ ਵੀ ਕਾਉਂਸਲ ਆਫ ਮਿਨਿਸਟਰ ਦੀ ਐਡਵਾਈਸ ਤੇ ਕੰਮ ਨਹੀਂ ਕਰਦਾ। ਭਲਾ ਕੌਣ CM ਹੋਊਗਾ ਜੋ ਕਹੂਗਾ ਕਿ ਗਵਰਨਰ ਸਾਹਿਬ ਸਾਡੀ ਸਰਕਾਰ ਗਿਰਾ ਦਿਓ ਪ੍ਰੈਜ਼ੀਡੈਂਟ ਨੂੰ ਕਹਿ ਕੇ? ਇਹ ਵੀ ਡਿਸਕ੍ਰਿਸ਼ਨਰੀ ਪਾਵਰ ਹੈ और ये constitutional discretion। Then comes the fourth। Now this is the practice that right to be informed। ਸਟੇਟ ਦੇ ਵਿੱਚ ਕੀ ਇੰਪੋਰਟੈਂਟ ਲੈਜਿਸਲੇਟਿਵ ਮੈਟਰ ਦੇ ਪ੍ਰਪੋਜ਼ਲ ਨੇ ਜਾਂ ਕੀ ਲੈਜਿਸਲੇਸ਼ਨ ਸੁਧਾਰ ਲਿਆਉਣਾ ਚਾਹੁੰਦੇ ਆ, ਚੀਫ ਮਿਨਿਸਟਰ ਗਵਰਨਰ ਸਾਹਿਬ ਨੂੰ ਇਹਦੇ ਬਾਰੇ ਇਨਫੋਰਮ ਕਰਨਗੇ। ਬਟ ਇੰਪੋਰਟੈਂਟ ਹੈ ਤੇ ਥਰਡ ਸਟੇਟਮੈਂਟ ਸਮਝ ਲੀजिए, ਬਹੁਤ ਲੂਕਰੇਟਿਵ ਵੀ ਲੱਗ ਰਹੀ ਹੈ। that approving any ordinary bill that falls under the concurrent list in the 7th schedule and contradictory to the central law। ਹੁਣ ਕੌਨਕਰੈਂਟ ਲਿਸਟ ਤੇ ਜੇ ਸਟੇਟ ਨੇ ਕੋਈ ਲਾਅ ਬਣਾਤਾ ਤੇ ਉਹ ਸੈਂਟਰ ਲਾਅ ਨੂੰ ਕੰਟਰਡਿਕਟ ਕਰ ਰਿਹਾ ਹੈ। ਜੇ ਐਦਾਂ ਦਾ ਕੋਈ ਬਿੱਲ ਆਉਂਦਾ ਤਾਂ ਇੱਥੇ ਗਵਰਨਰ ਦੀ ਡਿਸਕ੍ਰਿਸ਼ਨ ਨਹੀਂ, ਸਗੋਂ ਇੱਥੇ ਕੰਪਲਸਰੀਲੀ ਰਿਜ਼ਰਵ ਕਰਨਾ ਪਊਗਾ। ਇਹਨੂੰ ਕੰਪਲਸਰੀ ਤੁਸੀਂ ਰਿਜ਼ਰਵ ਕਰੋਗੇ ਪ੍ਰੈਜ਼ੀਡੈਂਟ ਵਾਸਤੇ। ਜਿਵੇਂ ਪੰਜਾਬ 'ਚ ਪਿਛਲੇ ਦਿਨੀ ਹੋਇਆ, ਪੰਜਾਬ ਲੈਜਿਸਲੇਟਿਵ ਅਸੈਂਬਲੀ ਲੈ ਕੇ ਆਈ ਇੱਕ ਐਂਟੀ ਸੈਕਰਿਲੇਜ ਲਾਅ, ਧਰਮ ਤੇ ਧਰਮ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ। ਹਾਲਾਂਕਿ ਇਹ ਬਿੱਲ ਹਜੇ ਪਾਸ ਨਹੀਂ ਹੋਇਆ, ਇਹਨੂੰ ਸਿਲੈਕਟ ਕਮੇਟੀ ਕੋਲੇ ਭੇਜਿਆ ਗਿਆ। ਬਟ ਜਦੋਂ ਇਹ ਬਿੱਲ ਅਸੈਂਬਲੀ ਤੋਂ ਪਾਸ ਹੋ ਜਾਊਗਾ, ਕਿਉਂਕਿ ਇਹ ਬਿੱਲ ਭਾਰਤੀ ਨਿਆਇ ਸੰਹਿਤਾ PNS ਦੀ ਪ੍ਰੋਵੀਜ਼ਨ ਨੂੰ ਓਵਰਲੈਪ ਕਰ ਰਿਹਾ, ਤਾਂ ਇਸ ਬਿੱਲ ਨੂੰ ਕੰਪਲਸਰੀ ਰਿਜ਼ਰਵ ਕਰਨਾ ਪੈਣਾ। ਸੋ ਆਨਸਰ ਇਜ਼ here 1, 2 and 4। Next, a governor is integral part of the state legislature। In that capacity, they have which of the following legislative powers and functions? So governor the legislative powers and function ਕਿਹੜੀਆਂ? He can summon, prorogue the state legislature and dissolve the legislative assembly। याद रखना ਇੱਥੇ discretionary power नहीं पूछी गई। So पहली statement correct है, although ਇਹ governor ਸਾਹਿਬ council of minister ਦੀ advice ਤੇ ਕਰਦੇ हैं। Then he can address the state legislature at the commencement of the first session and after each general election and the first session of the every year। First session is basically the budget session।
ਸੋ ਇਹ ਸਟੇਟਮੈਂਟ ਵੀ ਕਲੀਅਰ ਹੈ। ਘੱਟੋ ਘੱਟ ਦੋ ਮੌਕਿਆਂ ਤੇ ਐਡਰੈਸ ਕਰਨਗੇ, ਜਦੋਂ ਵੀ ਬਜਟ ਸੈਸ਼ਨ ਹੋਊਗਾ ਗਵਰਨਰ ਦੀ ਐਡਰੈਸ ਨਾਲ ਸ਼ੁਰੂ ਹੋਊਗਾ, ਤੇ ਜਨਰਲ ਇਲੈਕਸ਼ਨ ਤੋਂ ਬਾਅਦ ਜਦੋਂ ਨਿਊਲੀ ਇਲੈਕਟਡ ਅਸੈਂਬਲੀ ਦੀ ਪਹਿਲੀ ਮੀਟਿੰਗ ਹੋਗੀ ਉਹ ਵੀ ਗਵਰਨਰ ਸਾਹਿਬ ਦੇ ਐਡਰੈਸ ਤੋਂ ਸ਼ੁਰੂ ਹੋਊਗੀ। Third, he can send messages to the houses of the state legislature with respect to the bills pending in the legislature or otherwise. So, right to warn and encourage ਇਹਨੂੰ ਕਿਹਾ ਜਾਂਦਾ ਹੈ। ਮੰਨ ਲਓ ਵਿਧਾਨ ਸਭਾ ਦੇ ਵਿੱਚ ਕੋਈ ਬਿੱਲ, ਸਪੋਜ਼ ਮਹਿਲਾਵਾਂ ਨੂੰ ਕੋਈ ਸਪੈਸ਼ਲ ਰਾਈਟ ਦੇਣਾ ਚਾਹੁੰਦਾ ਔਰ ਬਹੁਤ ਇੰਪੋਰਟੈਂਟ ਬਿੱਲ ਹੈ, ਉਹ ਪੈਂਡਿੰਗ ਪਿਆ, ਤੇ ਗਵਰਨਰ ਸਾਹਿਬ ਮੈਸੇਜ ਭੇਜ ਸਕਦੇ ਨੇ ਕਿ ਭਈ ਅਸੈਂਬਲੀ ਕੋਸ਼ਿਸ਼ ਕਰੇ ਕਿ ਇਹ ਬਿੱਲ ਜਲਦੀ ਪਾਸ ਹੋਵੇ, ਗਵਰਨੈਂਸ ਵਾਸਤੇ ਵਧੀਆ ਚੀਜ਼ ਹੈ। ਬਟ ਇਹ ਯਾਦ ਰੱਖਣਾ ਕਿ ਇਸ ਤਰ੍ਹਾਂ ਦੇ ਮੈਸੇजेस ਗਵਰਨਰ ਸਾਹਿਬ ਭੇਜ ਤਾਂ ਸਕਦੇ ਨੇ, ਇਹ ਬਾਈਂਡਿੰਗ ਇਫੈਕਟ ਨਹੀਂ ਰੱਖਦੇ ਹੈ। ਅਸੈਂਬਲੀ ਦੀ ਮਰਜ਼ੀ ਹੈ ਉਹ ਫੋਲੋ ਕਰਨ ਨਾ ਕਰਨ। Then he can appoint any member of the legislative assembly to preside over its proceeding when the offices of both speaker and deputy speaker fall vacant। ਤਾਂ ਕਿ ਅਗਰ ਦੋਨੋਂ ਪੋਸਟਾਂ ਖਾਲੀਆਂ ਨੇ ਤਾਂ ਇਹ ਕਿਸੇ ਐਮਐਲਏ ਨੂੰ ਐਜ਼ ਅ ਸਪੀਕਰ ਅਪਾਇੰਟ ਕਰ ਸਕਦੇ ਨੇ। So finally, this statement is also correct. Why? कि ਜਦੋਂ ਇਲੈਕਸ਼ਨ ਹੋਊਗਾ ਉਦੋਂ ਹਾਊਸ ਇਲੈਕਟ ਕਰ ਲੂਗਾ ਸਪੀਕਰ ਡਿਪਟੀ ਸਪੀਕਰ ਫॉर द टाइम बीइंग, ਕਿਸੇ ਪਰਸਨ ਨੂੰ ਐਜ਼ ਅ ਸਪੀਕਰ ਐਕਟ ਕਰਨ ਵਾਸਤੇ ਗਵਰਨਰ ਸਾਹਿਬ ਅਪਾਇੰਟ ਕਰ ਸਕਦੇ ਨੇ। So here we come that all the above are correct statements. Next, consider the following statements. And this is the assertion reasoning ਜਿਹਦੇ ਵਿੱਚ ਆਪਾਂ ਇਹ ਵੀ ਦੇਖਣਾ ਹੁੰਦਾ ਕਿ ਦੋਨੋਂ ਸਟੇਟਮੈਂਟ ਕਰੈਕਟ ਹੈ ਨਹੀਂ ਹੈ, ਤੇ ਜੋ ਰੀਜ਼ਨਿੰਗ ਹੈ ਉਹ ਅਸਰਸ਼ਨ ਨੂੰ properly explain कर रही है या नहीं कर रही है। The governor exercises, assertion goes, the governor exercises more discretion than president does in their respective sphere of the influences। कि governor को more discretionary power as compared to president in his or her role। And second, the constitutional provisions explicitly limit the overall discretion of the president, which is not so clearly defined for the governor। And the answer is A. A is correct and R is correct explanation of A. How come? So yaad rakhna, governor is far more secured vis-a-vis the council of minister as compared to president vis-a-vis his council of minister। Article 74 clearly mandate karta hai that president will act upon aid and advice of the council of minister। ਹੱਦ ਇੱਕ ਵਾਰੀ reconsideration ਦੇ ਵਿੱਚ ਭੇਜ ਦੇਣਗੇ, ਮੁੜ ਕੇ ਜੋ ਆਊਗਾ ਇਹਨਾਂ ਨੂੰ ਉਹੀ ਕਰਨਾ ਪਊਗਾ। So Constitution nowhere explicitly mentions the discretionary power of the president, but not in case of the governor। Under Article 163, जिथे Council of Minister ਤੇ Governor ਦਾ relation clear ਕੀਤਾ ਗਿਆ, ਉੱਥੇ ਲਿਖਿਆ ਗਿਆ there shall be a Council of Minister headed by CM to aid and advise the governor, who shall act accordingly except where governor has to act under his discretion under the Constitution। ਕਨਸਟੀਟਿਊਸ਼ਨ ਐਕਸਪਲਿਸਿਟਲੀ ਕਹਿ ਰਿਹਾ ਕਿ ਕਨਸਟੀਟਿਊਸ਼ਨ ਦੇ ਵਿੱਚ ਕਿਤੇ ਜੇ ਡਿਸਕ੍ਰਿਸ਼ਨਰੀ ਪਾਵਰ ਦਿੱਤੀ ਗਈ, ਜਿਵੇਂ ਕਿ ਆਰਟੀਕਲ 200 ਰਿਜ਼ਰਵਿੰਗ ਦ ਬਿਲ ਫॉर ਪ੍ਰੈਜ਼ੀਡੈਂਸ਼ੀਅਲ ਅਸੈਂਟ, ਜਿਵੇਂ ਆਰਟੀਕਲ 356 ਇਨਵਾਈਟਿੰਗ ਦ ਪ੍ਰੈਜ਼ੀਡੈਂਟ ਫॉर ਇੰਪੋਜ਼ਿੰਗ ਪ੍ਰੈਜ਼ੀਡੈਂਟ ਰੂਲ, ਇੱਥੇ ਗਵਰਨਰ ਸਾਹਿਬ ਡਿਸਕ੍ਰਿਸ਼ਨ ਤੇ ਕੰਮ ਕਰਨਗੇ। ਤਾਂ ਗਵਰਨਰ ਸਾਹਿਬ ਦੀ ਮੋਰ ਡਿਸਕ੍ਰਿਸ਼ਨ ਪਾਵਰ ਵੀ ਹੈ ਐਸ ਕੰਪੇਅਰ ਟੂ ਪ੍ਰੈਜ਼ੀਡੈਂਟ, ਤੇ ਕਨਸਟੀਟਿਊਸ਼ਨ ਐਕਸਪਲਿਸਿਟਲੀ ਮੈਂਸ਼ਨ ਵੀ ਕਰ ਰਿਹਾ ਜੋ ਪ੍ਰੈਜ਼ੀਡੈਂਟ ਦੇ ਕੇਸ ਦੇ ਵਿੱਚ ਨਹੀਂ ਕਰ ਰਿਹਾ। ਸੋ ਆਨਸਰ ਇਜ਼ A। Moving to consider the following statements, and again assertion and reasoning is there। The Constitution requires that a person must prove his majority in the Legislative Assembly before he is appointed as a Chief Minister। Now come to this one, very important, very interesting statement, कि CM ਦੀ post ਅਜ਼ਿਊਮ ਕਰਨ ਤੋਂ ਪਹਿਲਾਂ, ਓਥ ਲੈਣ ਤੋਂ ਪਹਿਲਾਂ ਮੈਜੋਰਿਟੀ ਪ੍ਰੂਵ ਕਰਨੀ ਪੈਂਦੀ ਹੈ ਲੈਜਿਸਲੇਟਿਵ ਅਸੈਂਬਲੀ 'ਚ। ਆਪਾਂ ਨੂੰ ਇਹ ਤਾਂ ਪਤਾ ਹੀ ਹੈ ਕਿ ਸੀਐਮ ਉਦੋਂ ਬਣਦੇ ਜਦੋਂ ਮੈਜੋਰਿਟੀ ਹਾਸਲ ਹੋ ਜਾਂਦੀ ਹੈ ਇਲੈਕਸ਼ਨ ਦੇ ਵਿੱਚ, ਪਰ ਟੈਕਨੀਕੈਲਿਟੀ ਦੇ ਉੱਤੇ ਸਵਾਲ ਹੈ। ਸੈਕੰਡ, the reason goes only a person who is a member of the legislative assembly can be appointed as chief minister। So here both the statements are wrong। How come? पहली गल, only a person who is a member of the legislative assembly can be appointed as a chief minister। No sir, 6 month clause is there। जे कोई पर्सन ਲੈਜਿਸਲੇਟਿਵ ਅਸੈਂਬਲੀ ਦਾ ਮੈਂਬਰ ਨਹੀਂ ਵੀ ਹੈ ਤਾਂ ਵੀ 6 ਮਹੀਨੇ ਤੱਕ ਬਿਨਾਂ ਲੈਜਿਸਲੇਟਿਵ ਅਸੈਂਬਲੀ ਦਾ ਮੈਂਬਰ ਰਿਹਾ ਉਹ ਚੀਫ ਮਿਨਿਸਟਰ ਰਹਿ ਸਕਦਾ ਹੈ। ਫਰਦਰਮੋਰ, ਜਿਨ੍ਹਾਂ 6 ਰਾਜਾਂ ਦੇ ਵਿੱਚ ਲੈਜਿਸਲੇਟਿਵ ਅਸੈਂਬਲੀ ਦੇ ਨਾਲ ਲੈਜਿਸਲੇਟਿਵ ਕਾਉਂਸਲ ਵੀ ਹੈ, ਤਾਂ ਉੱਥੇ ਲੈਜਿਸਲੇਟਿਵ ਅਸੈਂਬਲੀ ਦਾ ਮੈਂਬਰ ਨਾ ਹੋਵੇ, ਜੇ ਲੈਜਿਸਲੇਟਿਵ ਕਾਉਂਸਲ ਦਾ ਵੀ ਮੈਂਬਰ ਹੈ ਤਾਂ ਵੀ ਉਹ ਸੀਐਮ ਰਹਿ ਸਕਦਾ। Erstwhile we have seen the example of
Akhilesh Yadav in Uttar Pradesh, followed by Yogi Adityanath in earlier election in Uttar Pradesh, Uddhav Thackeray in Maharashtra. ये सब लेजिस्लेटिव काउंसिल तो सीखे. एंड व्हेन इट कम्स टू द असर्शन, तो याद रखना ਇਹ ਟੈਕਨੀਕਲ ਰਿਕੁਆਇਰਮੈਂਟ ਨਹੀਂ ਹੈ ਕਿ ਤੁਸੀਂ ਮੈਜੋਰਿਟੀ ਪਹਿਲਾਂ ਪ੍ਰੂਵ ਕਰੋ. ਪਹਿਲਾਂ ਓਥ ਲੈ ਸਕਦੇ ਨੇ ਔਰ ਉਸ ਤੋਂ ਬਾਅਦ ਹਾਊਸ ਦੇ ਵਿੱਚ ਕੌਨਫੀਡੈਂਸ ਮੋਸ਼ਨ ਰਾਹੀਂ ਆਪਦੀ ਮੈਜੋਰਿਟੀ ਪ੍ਰੂਵ ਕਰਨੀ ਪੈਂਦੀ ਹੈ. ਐਜ਼ ਯੇਦੂਰੱਪਾ ਦੇ ਕੇਸ 'ਚ ਹੋਇਆ ਸੀਗਾ ਕਿ ਉਹਨਾਂ ਨੂੰ ਕਰਨਾਟਕ ਸੀਐਮ ਲਾਇਆ ਗਿਆ, 48 ਘੰਟੇ ਦੇ ਵਿੱਚ ਰਿਜ਼ਾਈਨ ਕਰਨਾ ਪੈ ਗਿਆ ਸੀਗਾ ਕਿਉਂਕਿ ਮੈਜੋਰਿਟੀ ਪ੍ਰੂਵ ਨਹੀਂ ਕਰ ਪਾਏ. ਸੇਮ ਮਹਾਰਾਸ਼ਟਰ, ਜਦੋਂ ਦੇਵੇਂਦਰ ਫਡਨਵੀਸ ਸਾਹਿਬ ਨੂੰ ਸਵੇਰੇ 5 ਵਜੇ ਬੁਲਾ ਕੇ ਉਹ ਦਵਾ ਦਿੱਤੀ ਗਈ ਸੀ ਜਦਕਿ ਉਹਨਾਂ ਕੋਲ ਮੈਜੋਰਿਟੀ ਨਹੀਂ ਸੀਗੀ, ਬਾਅਦ ਵਿੱਚ ਰਿਜ਼ਾਈਨ ਕਰਨਾ ਪਿਆ. ਤਾਂ ਯਾਦ ਰੱਖਣਾ ਟੈਕਨੀਕਲ ਰਿਕੁਆਇਰਮੈਂਟ ਇਹ ਨਹੀਂ ਹੈ ਕਿ ਸੀਐਮ ਦੀ ਓਥ ਲੈਣ ਤੋਂ ਪਹਿਲਾਂ ਤੁਸੀਂ ਮੈਜੋਰਿਟੀ ਪ੍ਰੂਵ ਕਰੋ, ਉਹ ਬਾਅਦ ਦੇ ਵਿੱਚ ਹਾਊਸ ਦੇ ਵਿੱਚ ਕੌਨਫੀਡੈਂਸ ਮੋਸ਼ਨ ਰਾਹੀਂ ਪ੍ਰੂਵ ਕੀਤੀ ਜਾਂਦੀ ਹੈ. ਸੋ ਹਿਅਰ that both are incorrect. Coming to, with reference to the CM, consider the following statement and find correct statement as your answer. The Constitution contains a specific procedure for the selection and appointment of CM. Now, लगता तो है कि यार सब तो important है CM ਤਾਂ ਰਾਜ ਦੇ ਵਿੱਚ ਤਾਂ ਹੈ ਘੱਟੋ ਘੱਟ, ਤਾਂ specific provision ਹੋਊਗਾ. ਬੜਾ ਇੰਟਰਸਟਿੰਗ ਹੈ. ਕੌਨਸਟੀਟਿਊਸ਼ਨ ਦੇ ਵਿੱਚ ਬਹੁਤ ਸਾਰੀ ਅਥਾਰਟੀਜ਼ ਨੂੰ ਲੈ ਕੇ ਡਿਟੇਲਿੰਗ ਹੈ. ਪਾਰਲੀਮੈਂਟ ਦੀ ਡਿਟੇਲਿੰਗ ਹੈ, ਸੁਪਰੀਮ ਕੋਰਟ, ਹਾਈ ਕੋਰਟ ਦੀ ਡਿਟੇਲਿੰਗ ਹੈ. ਬਟ ਜਦੋਂ ਗੱਲ ਕਰਦੇ ਹਾਂ ਆਪਾਂ ਪੀਐਮ ਤੇ ਸੀਐਮ ਦੇ ਅਪਾਇੰਟ ਹੋਣ ਦੀ, ਜੋ ਡੀਫੈਕਟੋ ਹੈਡ ਨੇ, ਇਹਨਾਂ ਦੇ ਅਪਾਇੰਟਮੈਂਟ ਨੂੰ ਲੈ ਕੇ ਸਪੈਸੀਫਿਕ ਪ੍ਰੋਸੀਜਰ ਨਹੀਂ ਦਿੱਤਾ ਗਿਆ, ਇਹਨਾਂ ਦੀ ਸਿਲੈਕਸ਼ਨ ਨੂੰ ਵੀ ਨਹੀਂ ਦਿੱਤਾ ਗਿਆ. ਤਾਂ ਫਿਰ ਕਿੱਦਾਂ ਅਪਾਇੰਟ ਹੁੰਦਾ ਸਰ? ਪਾਰਲੀਮੈਂਟਰੀ ਪ੍ਰੈਕਟਿਸ. ਇਹ ਪ੍ਰੈਕਟਿਸ ਹੈ ਕਿ ਜੋ ਵੀ ਜਨਰਲ ਅਸੈਂਬਲੀ ਇਲੈਕਸ਼ਨ ਜਿੱਤ ਕੇ ਆਊਗਾ ਪਾਰਟੀ ਜਾਂ ਕੋalition, ਉਹਦੇ ਲੀਡਰ ਨੂੰ ਆਪਾਂ ਇਨਵਾਈਟ ਕਰਾਂਗੇ. ਬਟ ਇਹ ਕਨਸਟੀਟਿਊਸ਼ਨ 'ਚ ਲਿਖਿਆ ਨਹੀਂ ਹੋਇਆ, ਸੋ ਕੋਈ ਸਪੈਸੀਫਿਕ ਪ੍ਰੋਵੀਜ਼ਨ ਨਹੀਂ ਦਿੱਤੀ ਹੋਈ ਹੈ. Then a person who is not a member of state legislature can be appointed as CM for 6 months. Yes, it is correct. CM clause is there under Article 164. You can find that 6-month clause. 6 ਮਹੀਨੇ ਬਿਨਾਂ ਲੈਜਿਸਲੇਟਰ ਬਣਿਆ ਵੀ ਮੰਤਰੀ ਜਾਂ ਮੁੱਖ ਮੰਤਰੀ ਰਿਹਾ ਜਾ ਸਕਦਾ. ਹਾਂ, 6 ਮਹੀਨੇ ਦੇ ਵਿੱਚ ਜਾਂ ਤਾਂ ਲੈਜਿਸਲੇਟਰ ਬਣੋ, ਅਦਰਵਾਈਜ਼ ਰਿਜ਼ਾਈਨ ਕਰਨਾ ਪੈ ਜਾਊਗਾ. Then, according to the Constitution, CM should be selected from lower house. Sir, absolutely blatantly wrong. ਆਪਾਂ ਗੱਲ ਕਰ ਚੁੱਕੇ ਹਾਂ ਕਿ ਉੱਤਰ ਪ੍ਰਦੇਸ਼, ਮਹਾਰਾਸ਼ਟਰ ਦਾ ਐਗਜ਼ਾਮਪਲ ਦੇ ਵਿੱਚ ਜੋ ਸੀਐਮ ਹੈ ਉਹ ਅਪਰ ਹਾਊਸ ਤੋਂ ਵੀ ਹੋ ਸਕਦਾ ਹੈ, ਜਿਨ੍ਹਾਂ ਰਾਜਾਂ ਦੇ ਵਿੱਚ ਅਪਰ ਹਾਊਸ ਮਤਲਬ ਲੈਜਿਸਲੇਟਿਵ ਕਾਉਂਸਲ ਹੈ. ਸੋ here only second statement is correct. Next question, again a section reasoning. Chief Minister of the state can disqualify a sitting MLA after obtaining the advice of the State Election Commission. Patently wrong. So here, not the CM, rather it is the governor. Governor can disqualify a sitting MLA, but after obtaining the advice, which is binding in nature, from not State Election Commission. Second is Election Commission of India. दोनों फैक्टर थे wrong. State Election Commission सिर्फ पंचायती ਤੇ municipality ਦੇ ਇਲੈਕਸ਼ਨ ਕਰਾਉਂਦਾ, MLA ਦੇ ਇਲੈਕਸ਼ਨ ਨਹੀਂ ਕਰਾਉਂਦਾ. ਇਹ ਸਭ PCI ਹੇਠਾਂ ਹੈ. Then, Chief Minister holds the de facto authority in state government. Now, this is correct, but what is de facto authority? दो शब्द याद रखने हैं, प्रेसिडेंट, प्राइम मिनिस्टर ते गवर्नर ते सीएम बारे. एक शब्द है डी जूरे. डी जूरे ਹੁੰਦਾ ਹੈ ऑन पेपर अथॉरिटी ਕਿਹਦੇ ਕੋਲ ਹੈ. ਤਾਂ ऑन पेपर ਦੇਖੀਏ ਸਟੇਟ ਹੈਡ ਸਟੇਟ ਦੇ ਵਿੱਚ ਗਵਰਨਰ ਸਾਹਿਬ ਨੇ, ਤੇ ਫਿਰ ਇੰਡੀਆ ਲੈਵਲ ਤੇ ਜੇ ਆਪਾਂ ਗੱਲ ਕਰੀਏ ਤਾਂ ਸਟੇਟ ਹੈਡ ਹੈ ਪ੍ਰੈਜ਼ੀਡੈਂਟ ਸਾਹਿਬ. ਤਾਂ ਔਨ ਪੇਪਰ ਇਹਨਾਂ ਕੋਲ ਅਥਾਰਟੀ ਹੈ, ਇਹ ਹੈਡ ਨੇ, ਬਟ ਡੀ ਫੈਕਟੋ ਹੁੰਦਾ ਹੈ ਕਿ ਅਸਲ ਪਾਵਰ ਕਿਹਦੇ ਕੋਲ ਹੈ ਡਿਸੀਜਨ ਮੇਕਿੰਗ. ਤੇ ਜੇ ਆਪਾਂ ਸੈਂਟਰ ਦੇਖੀਏ, ਡੀ ਫੈਕਟੋ ਪਾਵਰ ਇੰਜੋਇਡ ਬਾਈ ਦਾ ਪ੍ਰਾਈਮ ਮਿਨਿਸਟਰ, ਅਸਲ 'ਚ ਉਹ ਡਿਸੀਜਨ ਮੇਕਿੰਗ ਕਰ ਰਹੇ ਨੇ, ਪ੍ਰੈਜ਼ੀਡੈਂਟ ਸਾਹਿਬ ਉਹਨਾਂ ਦੀ ਸਲਾਹ ਤੇ ਕੰਮ ਕਰ ਰਹੇ ਨੇ. ਤੇ ਜਦੋਂ ਆਪਾਂ ਆਉਣੇ ਸਟੇਟ ਲੈਵਲ ਤੇ ਸੀਐਮ ਸਾਹਿਬ ਕੋਲ ਡੀ ਫੈਕਟੋ ਪਾਵਰ ਹੈ ਡਿਸੀਜਨ ਮੇਕਿੰਗ ਦੀ. ਸੋ this statement is correct. So A is incorrect, but R is correct. Last question, and this is the most important question of this particular topic. ਵੀ ਇਹ ਚੰਗੀ ਤਰ੍ਹਾਂ ਕਰਕੇ ਜਾਣਾ ਹੈ, ਟੌਪਿਕ ਚੰਗੀ ਤਰ੍ਹਾਂ ਕਰਕੇ ਜਾਣਾ. ਸੋ ਪਿਛਲੇ ਦਿਨ ਹੀ ਹੋਇਆ ਹੈ ਕਿ ਪਹਿਲਾਂ ਤਾਂ ਨਵੰਬਰ 2023 ਚ ਪੰਜਾਬ ਦੇ ਕੇਸ ਦੇ ਵਿੱਚ, ਔਰ ਫਿਰ ਤਮਿਲਨਾਡੂ ਕੇਸ ਜੋ ਅਪ੍ਰੈਲ 2025 ਦਾ, ਗਵਰਨਰ ਦੀ ਅਸੈਂਟਿੰਗ ਪਾਵਰ, ਵੀਟੋ ਪਾਵਰ ਦੇ ਉੱਤੇ ਜਿਹੜੀ ਰੋਕ ਲਾਈ ਗਈ ਹੈ. ਔਰ 2025 ਦੇ ਸੁਪਰੀਮ ਕੋਰਟ ਕੇਸ ਦੇ ਵਿੱਚ ਤਮਿਲਨਾਡੂ ਕੇਸ, ਇੱਥੇ ਗਵਰਨਰ ਨੂੰ ਟਾਈਮ ਬਾਉਂਡ ਕਰ ਦਿੱਤਾ ਗਿਆ ਕਿ ਜਦੋਂ ਬਿੱਲ ਤੁਹਾਡੇ ਕੋਲ ਅਸੈਂਟ ਵਾਸਤੇ ਆਊਗਾ ਤੁਸੀਂ ਕਿੱਦਾਂ ਐਕਟ ਕਰਨਾ ਹੈ.
डिस्क्रिशन खत्म कर देती गई है। Come to this point, the governor must decide to grant or withhold the assent or reserve the bill for president's consideration within 1 month if acting on the advice of council of ministers. बिल पास होके आया गवर्नर ऑफिस, जे काउंसिल ऑफ मिनिस्टर दी एडवाइस ते कम कर रहे हो ਤਾਂ ਫਿਰ ਜੇ ਅਸੈਂਟ ਦੇਣੀ ਹੈ ਜਾਂ ਵਿਦਹੋਲਡ ਕਰਨਾ ਅਸੈਂਟ ਨੂੰ ਜਾਂ ਪ੍ਰੈਜ਼ੀਡੈਂਟ ਦੀ ਕੰਸੀਡਰੇਸ਼ਨ ਲਈ ਉਹਨੂੰ ਰਿਜ਼ਰਵ ਕਰਨਾ ਹੈ, ਤਾਂ ਤੁਸੀਂ 1 ਮੰਥ ਦੇ ਵਿੱਚ ਐਕਸ਼ਨ ਲਓਗੇ। ਕਰੈਕਟ ਸਟੇਟਮੈਂਟ ਇਹ ਯਾਦ ਹੀ ਕਰ ਲਓ ਜੀ। If governor withholds the assent or reserve the bill for the president consideration against the advice of council of minister, ਹੁਣ ਇਹ ਕਾਉਂਸਲ ਆਫ ਮਿਨਿਸਟਰ ਦੀ ਐਡਵਾਈਸ ਤੇ ਕੰਮ ਨਹੀਂ ਕਰ ਰਹੇ, ਆਪਣੀ ਡਿਸਕ੍ਰਿਸ਼ਨ ਯੂਜ਼ ਕਰ ਰਹੇ ਨੇ, ਕਾਉਂਸਲ ਆਫ ਮਿਨਿਸਟਰ ਦੇ ਕੰਟਰਰੀ ਡਿਸੀਜਨ ਲੈ ਰਹੇ ਨੇ, ਤਾਂ ਫਿਰ ਇਹ ਡਿਸੀਜਨ ਇਹਨਾਂ ਨੂੰ 3 ਮੰਥ ਦੇ ਵਿੱਚ ਲੈਣਾ ਪੜੇਗਾ। ਸੋ ਹੇਅਰ ਦੀ basically time limit is for 3 months. Correct statement. Third, if bill is repassed by the state legislature after being returned by the governor must grant assent within 1 month. तो जेकर बिल पास होके आया गवर्नर को, गवर्नर ने रीकंसिडरेशन भेजता, ਤਾਂ ਫਿਰ ਜੇ ਉਹ ਦੁਬਾਰਾ ਪਾਸ ਹੋ ਕੇ ਆ ਗਿਆ ਤਾਂ 1 ਮੰਥ ਦੇ ਵਿੱਚ ਉਸ ਤੇ ਡਿਸੀਜਨ ਲੈਣਾ ਹੀ ਪਊਗਾ। ਤੀਜੀ ਸਟੇਟਮੈਂਟ ਵੀ ਕਰੈਕਟ ਹੈ। And lastly, the Supreme Court held that if the governor fails to act within these timelines, the bill deemed to have received the assent automatically. Now, this is wrong statement. Rather here, the Supreme Court has observed that if governor fails to the timeline, ਜੇ ਸਾਡੀ ਅੱਡ ਸਿਚੁਏਸ਼ਨ ਦੇ ਵਿੱਚ 1 ਮਹੀਨੇ 3 ਮਹੀਨੇ ਦੀ ਲਿਮਿਟ ਗਵਰਨਰ ਫੋਲੋ ਨਹੀਂ ਕਰ ਰਿਹਾ, ਤਾਂ ਸਟੇਟ ਕੈਨ ਅਪਰੋਚ ਦੀ ਆਨਰੇਬਲ ਸੁਪਰੀਮ ਕੋਰਟ ਔਰ ਉਥੋਂ ਕੇਸ ਦੇ ਵਿੱਚ ਐਸਟੈਬਲਿਸ਼ਮੈਂਟ ਜੋ ਵੀ ਫੈਕਟ ਹੁੰਦੇ ਨੇ ਉਸ ਤੋਂ ਬਾਅਦ ਰਾਹਤ ਦਿੱਤੀ ਜਾ ਸਕਦੀ ਹੈ। ਬਟ ਆਟੋਮੈਟਿਕਲੀ ਬਿਲ ਐਕਟ ਬਣ ਜਾਏ ਇਹ ਪ੍ਰੋਵੀਜ਼ਨ ਨਹੀਂ ਦਿੱਤੀ। ਸੋ ਪਲੀਜ਼ ਇਸ ਜਜਮੈਂਟ ਨੂੰ ਤੁਸੀਂ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਹੈ। ਇਹਦੇ ਸਾਰੇ ਫੈਕਟ, ਕਿਹੜੀ ਕੰਡੀਸ਼ਨ ਹੈ, ਕਿੱਥੇ 1 ਮਹੀਨੇ ਦੀ ਗੇਮ ਹੈ, ਕਿੱਥੇ 3 ਮੰਥ ਦੀ ਗੇਮ ਹੈ। ਜਿਵੇਂ ਇੱਕ ਹੋਰ ਐਡੀਸ਼ਨਲ ਫੈਕਟ, ਜੇ ਗਵਰਨਰ ਨੇ ਬਿਲ ਰਿਜ਼ਰਵ ਕਰਤਾ ਪ੍ਰੈਜ਼ੀਡੈਂਟ ਅਸੈਂਟ ਲਈ, ਤਾਂ ਫਰਦਰ ਪ੍ਰੈਜ਼ੀਡੈਂਟ ਸਾਹਿਬ ਦੇ ਉੱਤੇ ਵੀ 3 ਮਹੀਨੇ ਦੀ ਬਾਉਂਡੇਸ਼ਨ ਹੈ ਕਿ 3 ਮਹੀਨੇ ਦੇ ਵਿੱਚ ਉਹ ਕੋਈ ਨਾ ਕੋਈ ਫਾਈਨਲ ਡਿਸੀਜਨ ਲੈਣਗੇ। So finally, answer here is C, that is only 3 statements are correct. एक और ताकीद यह है कि governor is very important topic for our examination purpose, not only pre but for mains as well. तो दरपास ਤੁਹਾਡੇ ਰਾਹੀਂ ਇਹ ਕਿ governor topic particularly बहुत चंगी तरह prepare करके examination ਦੇ ਵਿੱਚ ਆਣਾ। That will be all. Thank you so much.